ਕਿਵੇਂ ਹੋ? ਹੋਪ ਹੈ ਕਿ ਤੁਸੀਂ ਸਾਰੇ ਘਰ ਦੇ ਵਿੱਚ ਹੋਵੋਗੇ, ਸੁਰੱਖਿਅਤ ਹੋਵੋਗੇ। ਮੈਂ ਕੁਲਦੀਪ ਸਿੰਘ ਜੋ ਕਿ ਪ੍ਰੋਫੈਸ਼ਨਲੀ ਇੱਕ ਟੀਚਰ ਹਾਂ, ਤੁਹਾਡੇ ਲਈ ਇੱਕ YouTube ਦੇ ਉੱਤੇ ਕ੍ਰੀਏਟਿਵ ਮੈਥਸ ਲਰਨਿੰਗ ਚੈਨਲ ਲੈ ਕੇ ਆਇਆ ਹਾਂ, ਜਿਸ ਦੇ ਵਿੱਚ ਮੈਂ ਤੁਹਾਨੂੰ ਮੈਥਸ ਦੇ ਰਿਲੇਟਡ ਜਿਹੜੇ ਹੈਗੇ ਨੇ ਉਹ ਕੁਐਸਚਨਸ ਜਾਂ ਹਰ ਇੱਕ ਦਾ ਟੌਪਿਕ ਜੋ ਪੂਰੇ ਬੇਸਿਕ ਤੋਂ ਸਮਝਾਵਾਂਗਾ। ਕਿਉਂਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਜਿਹੜੀ ਕੋਵਿਡ-19 ਮਹਾਂਮਾਰੀ ਹੈ ਉਹ ਪੂਰੇ ਵਰਲਡ ਦੇ ਵਿੱਚ ਫੈਲ ਚੁੱਕੀ ਹੈ, ਜਿਸ ਦੇ ਨਾਲ ਹਰ ਇੱਕ ਵਰਗ ਦਾ ਜਿਹੜਾ ਪਰਸਨ ਹੈ ਉਹ ਇਫੈਕਟਿਵ ਹੋਇਆ ਹੈ। ਜਿੱਥੇ ਹਰ ਇੱਕ ਬੰਦੇ ਦੀ ਜਿਹੜੀ ਜ਼ਿੰਦਗੀ ਹੈ ਉਹਦੇ ਵਿੱਚ ਇੱਕ ਠਹਿਰਾਵ ਆ ਗਿਆ ਹੈ, ਉਸ ਦੇ ਨਾਲ ਨਾਲ ਜਿਹੜੇ ਸਟੂਡੈਂਟਸ ਨੇ ਉਹਨਾਂ ਦੀ ਜਿਹੜੀ ਸਟੱਡੀ ਹੈ ਉਹ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਜਾਂ ਇਫੈਕਟਿਵ ਹੋਈ ਹੈ। ਸੋ ਮੈਂ ਆਪਣੇ ਚੈਨਲ ਕ੍ਰੀਏਟਿਵ ਮੈਥਸ ਲਰਨਿੰਗ ਦੇ ਰਾਹੀਂ ਇੱਕ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਬੜੇ ਈਜ਼ੀ ਵੇ ਦੇ ਨਾਲ ਈਜ਼ੀ ਮੈਥਡਸ ਨੂੰ ਯੂਜ਼ ਕਰਕੇ ਬਿਲਕੁਲ ਬੇਸਿਕਸ ਤੋਂ ਮੈਥਸ ਦੀ ਜਿਹੜੀ ਕੋਚਿੰਗ ਹੈ ਉਹ ਦਿਆ ਕਰਾਂਗਾ। ਅਤੇ ਜਿਸ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਜਿਹੜੀ ਸਟਾਰਟਿੰਗ ਕੀਤੀ ਹੈ ਉਹ 10th ਕਲਾਸ ਦੀ ਜਿਹੜੀ ਮੈਥੇਮੈਟਿਕਸ ਹੈ ਉਹ ਸਟਾਰਟ ਕੀਤਾ, ਜਿਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਜੋ ਐਕਸਰਸਾਈਜ਼ 1.1 ਜਿਹੜੀ ਹੈਗੀ ਹੈ NCERT ਜਿਹੜਾ CBSE ਦਾ ਮੈਥ ਹੈ ਉਹ ਸਟਾਰਟ ਕੀਤੀ ਹੈ, ਜਿਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਦੇਖਾਂਗੇ ਕਿ ਰੀਅਲ ਨੰਬਰਸ, ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਵਾਸਤਵਿਕ ਸੰਖਿਆਵਾਂ ਵੀ ਕਹਿੰਦੇ ਹਾਂ, ਉਹ ਅਸੀਂ ਅੱਜ ਸਟਾਰਟ ਕਰਨਾ ਹੈ। ਸੋ ਬਹੁਤ ਸਾਰੇ ਬੱਚਿਆਂ ਜਾਂ ਸਟੂਡੈਂਟਸ ਦੇ ਮਨ ਦੇ ਵਿੱਚ ਬਹੁਤ ਸਾਰੀਆਂ ਹੈਜ਼ੀਟੇਸ਼ਨਸ ਹੁੰਦੀਆਂ ਨੇ ਕਿ ਉਹ ਮੈਥਸ ਨੂੰ ਸੋਲਵ ਨਹੀਂ ਕਰ ਸਕਦੇ। YouTube ਦੇ ਉੱਤੇ ਤੁਹਾਨੂੰ ਬਹੁਤ ਸਾਰੇ ਜਿਹੜੇ ਚੈਨਲਸ ਨੇ ਉਹ ਮਿਲ ਜਾਣਗੇ, ਜਿਸ ਦੇ ਵਿੱਚ ਬਹੁਤ ਹੀ ਵਧੀਆ ਢੰਗ ਦੇ ਨਾਲ ਮੈਥਸ ਦੀਆਂ ਜਿਹੜੀਆਂ ਕਲਾਸਿਸ ਨੇ ਉਹ ਤੁਹਾਨੂੰ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਨੇ। ਬੜੀ ਈਜ਼ੀ ਵੇ ਦੇ ਨਾਲ ਜਿਹੜੇ ਹੈ ਤੁਹਾਨੂੰ ਉਹ ਲੈਕਚਰਸ ਜਾਂ ਜਿਹੜੇ ਨੋਟਸ ਨੇ ਜਾਂ ਸਮਸ ਨੇ ਉਹ ਸੋਲਵ ਕਰਵਾਏ ਜਾਂਦੇ ਨੇ। ਪਰ ਮੈਂ ਇੱਕ ਟੀਚਰ ਦੇ ਵਜੋਂ ਇੱਕ ਕੋਸ਼ਿਸ਼ ਕੀਤੀ ਹੈ ਕਿ ਮੈਂ ਵੀ ਤੁਹਾਨੂੰ ਬਹੁਤ ਜ਼ਿਆਦਾ ਬੇਸਿਕਸ ਤੋਂ ਜਿਹੜਾ ਮੈਥਸ ਦੀ ਜਿਹੜੀ ਤਿਆਰੀ ਹੈ ਜਾਂ ਜਿਹੜੀ ਪ੍ਰੈਪਰੇਸ਼ਨ ਹੈ ਉਹ ਤੁਹਾਨੂੰ ਕਰਵਾਇਆ ਕਰਾਂਗਾ। ਕਿਉਂਕਿ ਮੈਂ ਸਮਝਦਾ ਹੈ ਕਿ ਜੇਕਰ ਤੁਹਾਨੂੰ ਬੇਸਿਕਸ ਤੋਂ ਸਟਾਰਟ ਕਰਵਾਇਆ ਜਾਵੇ ਤਾਂ ਤਕਰੀਬਨ ਜਿਹੜਾ ਹਰ ਇੱਕ ਸਟੂਡੈਂਟ ਹੈ ਉਹ ਬੜੀ ਈਜ਼ਲੀ ਜਿਹੜਾ ਹੈ ਮੈਥਸ ਨੂੰ ਉਹ ਕਵਰ ਕਰ ਸਕਦਾ ਹੈ, ਜਾਂ ਉਹਦੇ ਜੋ ਮਨ ਦੇ ਵਿੱਚ ਜੋ ਡਾਊਟਸ ਹੁੰਦੇ ਨੇ ਮੈਥਸ ਦੇ ਰਿਲੇਟਡ ਉਹ ਬੜੇ ਈਜ਼ਲੀ ਕਲੀਅਰ ਹੋ ਸਕਦੇ ਨੇ। ਸੋ ਅੱਜ ਅਸੀਂ ਇਸ ਮੈਥ ਦੀ ਕਲਾਸ ਦੇ ਵਿੱਚ ਸਭ ਤੋਂ ਪਹਿਲਾਂ ਦੇਖਾਂਗੇ ਕਿ ਰੀਅਲ ਨੰਬਰਸ ਹੁੰਦੇ ਕੀ ਨੇ, ਅਤੇ ਰੀਅਲ ਨੰਬਰਸ ਦੀ ਗੱਲ ਕਰੀਏ ਕਿ ਜਿਨ੍ਹਾਂ ਨੂੰ ਅਸੀਂ ਪੰਜਾਬੀ ਦੇ ਵਿੱਚ ਵਾਸਤਵਿਕ ਸੰਖਿਆਵਾਂ ਵੀ ਕਹਿੰਦੇ ਹਾਂ, ਤਾਂ ਉਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਅੱਜ ਅਸੀਂ ਦੇਖਾਂਗੇ ਕਿ ਯੂਕਲਿਡ ਡਿਵੀਜ਼ਨ ਐਲਗੋਰਿਦਮ ਜਾਂ ਜਿਹਨੂੰ ਅਸੀਂ ਯੂਕਲਿਡ ਡਿਵੀਜ਼ਨ ਲੈਮਾ ਵੀ ਆਖਦੇ ਹਾਂ ਉਹ ਕੀ ਹੁੰਦਾ ਹੈ। ਪੰਜਾਬੀ ਦੇ ਵਿੱਚ ਜੇ ਦੇਖਿਆ ਜਾਵੇ ਇਹਨੂੰ ਅਸੀਂ ਯੂਕਲਿਡ ਵੰਡ ਪ੍ਰਮੇਇਕਾ ਵੀ ਕਹਿੰਦੇ ਹਾਂ। ਹੁਣ ਸਭ ਤੋਂ ਪਹਿਲਾ ਕੁਐਸਚਨਸ ਇਹ ਸਟਾਰਟ ਹੁੰਦਾ ਹੈ ਕਿ ਇਹ ਜਿਹੜਾ ਇੱਕ ਵਰਡ ਆਇਆ ਲੈਮਾ ਜਾਂ ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਪ੍ਰਮੇਇਕਾ ਵੀ ਕਹਿੰਦੇ ਹਾਂ, ਇਹ ਅਸਲ ਵਿੱਚ ਇਹਦਾ ਮੀਨਿੰਗ ਕੀ ਹੈ। ਸੋ ਸਭ ਤੋਂ ਪਹਿਲਾਂ ਅਸੀਂ ਇਹੀ ਦੇਖਾਂਗੇ ਕਿ ਲੈਮਾ ਜਾਂ ਜਿਹੜੀ ਪ੍ਰਮੇਇਕਾ ਹੈ ਇਹ ਕੀ ਹੁੰਦੇ ਨੇ। ਮੈਂ ਪਹਿਲਾਂ ਤੋਂ ਹੀ ਇਹ ਜਿਹੜੀਆਂ ਡੈਫੀਨੇਸ਼ਨਸ ਨੇ ਇਹ ਲਿਖ ਕੇ ਰੱਖੀਆਂ ਨੇ ਤਾਂ ਕਿ ਆਪਣਾ ਜਿਹੜਾ ਟਾਈਮ ਹੈ ਉਹ ਥੋੜ੍ਹਾ ਜਿਹਾ ਬਚ ਸਕੇ। ਸੋ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਲੈਮਾ ਕੀ ਹੈ। ਲੈਮਾ ਜਿਹਨੂੰ ਅਸੀਂ ਪ੍ਰਮੇਇਕਾ ਬੋਲਦੇ ਹਾਂ, ਇਟ ਇਜ਼ ਅ ਪ੍ਰੂਵਨ ਸਟੇਟਮੈਂਟ ਯੂਜ਼ਡ ਫਾਰ ਪ੍ਰੂਵਿੰਗ ਅਨਦਰ ਸਟੇਟਮੈਂਟ। ਇਹਦਾ ਮਤਲਬ ਇਹ ਹੋਇਆ ਕਿ ਲੈਮਾ ਜਾਂ ਜਿਹੜੀ ਪ੍ਰਮੇਇਕਾ ਹੈ ਇੱਕ ਪ੍ਰੂਵਨ ਮੀਨਸ ਸਿੱਧ ਕੀਤੀ ਹੋਈ ਸਟੇਟਮੈਂਟ ਹੈ, ਜਿਸ ਨੂੰ ਅਸੀਂ ਕਿਸੇ ਹੋਰ ਸਟੇਟਮੈਂਟ ਨੂੰ ਪ੍ਰੂਵ ਕਰਨ ਦੇ ਲਈ ਯੂਜ਼ ਕਰਦੇ ਹਾਂ ਜਾਂ ਵਰਤਦੇ ਹਾਂ। ਫਾਰ ਐਗਜ਼ਾਮਪਲ ਸਾਨੂੰ ਸਭ ਨੂੰ ਪਤਾ ਹੈ ਕਿ ਅਸੀਂ ਸਟਾਰਟਿੰਗ ਤੋਂ ਪੜ੍ਹਦੇ ਆ ਰਹੇ ਹਾਂ ਕਿ ਅਰਥ ਰਿਵੋਲਵਸ ਅਰਾਊਂਡ ਦਾ ਸਨ, ਮੀਨਸ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ। ਇਹ ਇੱਕ ਸਿੱਧ ਕੀਤੀ ਹੋਈ ਸਟੇਟਮੈਂਟ ਹੈ, ਅਤੇ ਇਸ ਤੋਂ ਜਿਹੜੀ ਸਿੱਧ ਕੀਤੀ ਸਟੇਟਮੈਂਟ ਤੋਂ ਅਸੀਂ ਜਿਹੜੀਆਂ ਹੋਰ ਸਟੇਟਮੈਂਟਸ ਨੇ ਅਰਥ ਦੇ ਅਰਾਊਂਡ ਜਿਵੇਂ ਅਸੀਂ ਕਹਿ ਸਕਦੇ ਹਾਂ ਕਿ ਸਨ ਰਾਈਜ਼ਸ ਇਨ ਦਾ ਈਸਟ ਜਾਂ ਸਨ ਸੈਟਸ ਇਨ ਦਾ ਵੈਸਟ। ਜਿਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਸੂਰਜ ਹੈ ਉਹ ਪੂਰਬ ਵਿੱਚ ਚੜ੍ਹਦਾ ਹੈ ਅਤੇ ਪੱਛਮ ਦੇ ਵਿੱਚ ਛਿਪਦਾ ਹੈ। ਇਹਦਾ ਮਤਲਬ ਇਹ ਹੋਇਆ
ਕਿ ਇੱਕ ਜਿਹੜੀ ਸਾਡੀ ਸਟੇਟਮੈਂਟ ਸੀ ਕਿ ਅਰਥ ਰਿਵੋਲਵਸ ਅਰਾਊਂਡ ਦਾ ਸਨ, ਉਹ ਇੱਕ ਸਿੱਧ ਕੀਤੀ ਹੋਈ ਸਟੇਟਮੈਂਟ ਸੀ ਤੇ ਉਹਦੀ ਹੈਲਪ ਦੇ ਨਾਲ ਅਸੀਂ ਸੂਰਜ ਦਾ ਚੜ੍ਹਨਾ ਜਾਂ ਸੂਰਜ ਦਾ ਛਿਪਣਾ ਜਾਂ ਹੋਰ ਵੀ ਜਿਹੜੀਆਂ ਬਹੁਤ ਸਾਰੀਆਂ ਸਾਡੀਆਂ ਅੱਗੇ ਸਟੇਟਮੈਂਟਸ ਨੇ ਉਹਨਾਂ ਨੂੰ ਅਸੀਂ ਪ੍ਰੂਵ ਕੀਤਾ ਹੈ। ਸੋ ਇਸੇ ਤਰ੍ਹਾਂ ਜਿਹੜੀ ਇਹ ਯੂਕਲਿਡ ਨੇ ਇੱਕ ਲੈਮਾ ਜਾਂ ਪ੍ਰਮੇਇਕਾ ਸਾਨੂੰ ਇੱਕ ਸਟੇਟਮੈਂਟ ਦਿੱਤੀ ਜਿਹੜੀ ਉਹਨੇ ਇੱਕ ਪ੍ਰੂਵ ਕੀਤੀ ਹੋਈ ਸੀ, ਉਹਦੀ ਹੈਲਪ ਦੇ ਨਾਲ ਅਸੀਂ ਪ੍ਰੂਵ ਕਰਾਂਗੇ ਦੂਜੀਆਂ ਸਟੇਟਮੈਂਟਸ ਨੂੰ। ਤਾਂ ਇਹਦਾ ਮਤਲਬ ਕੀ ਹੈ ਕਿ ਅਸੀਂ ਇਹਦੇ ਨਾਲ ਜਿਹੜੀਆਂ ਦੂਜੀਆਂ ਸਟੇਟਮੈਂਟਸ ਹੋਣਗੀਆਂ ਜੋ ਅਸੀਂ ਕੁਐਸਚਨਸ ਨੇ ਉਹਨਾਂ ਨੂੰ ਅਸੀਂ ਸੋਲਵ ਕਰਿਆ ਕਰਾਂਗੇ। ਸੋ ਨੈਕਸਟ ਅਸੀਂ ਦੇਖਦੇ ਹਾਂ ਕਿ ਇਹਦਾ ਫਾਰਮੂਲਾ ਕੀ ਹੈ ਯੂਕਲਿਡ ਡਿਵੀਜ਼ਨ ਐਲਗੋਰਿਦਮ ਜਾਂ ਯੂਕਲਿਡ ਵੰਡ ਪ੍ਰਮੇਇਕਾ ਦਾ। ਦੇਖੋ ਇੱਥੇ ਅਸੀਂ ਕਿਹਾ ਵੀ A ਇਜ਼ ਇਕੁਅਲ ਟੂ BQ ਪਲੱਸ R, ਇਹ ਮੇਨ ਫਾਰਮੂਲਾ ਹੈ। ਬਟ ਇਸ ਨੂੰ ਅੱਗੇ ਕੁਐਸਚਨਸ ਦੇ ਵਿੱਚ ਅਪਲਾਈ ਕਰਨ ਤੋਂ ਪਹਿਲਾਂ ਮੈਂ ਸਮਝਦਾ ਹਾਂ ਕਿ ਇਹਦੇ ਇਕੱਲੇ ਜਿਹੜੇ ਵੈਲਿਊਜ਼ ਨੇ ਜਾਂ ਇਕੱਲੇ ਅਲਫਾਬੈਟਸ ਨੇ A B Q ਤੇ R, ਇਹਨੂੰ ਸਮਝ ਲਿਆ ਜਾਵੇ ਕਿ ਇਹ ਹੈ ਕੀ ਨੇ। ਸੋ ਇੱਥੇ ਇੱਕ ਗੱਲ ਹੋਰ ਮੈਂਸ਼ਨ ਕੀਤੀ ਹੋਈ ਹੈ ਕਿ ਜਿਹੜੀ R ਹੈ, R ਮੀਨਸ ਰਿਮਾਈਂਡਰ ਜਿਹਨੂੰ ਅਸੀਂ ਬਾਕੀ ਵੀ ਕਹਿੰਦੇ ਹਾਂ। ਜਿਸ ਇਸ ਤੋਂ ਪਹਿਲਾਂ ਕਿ ਅਸੀਂ ਇਹਨੂੰ ਸਮਝੀਏ, ਇਸ ਤੋਂ ਪਹਿਲਾਂ ਅਸੀਂ ਸਮਝਾਂਗੇ ਕਿ ਇਹ ਕੀ ਹੈ। ਇਹਦਾ ਮੈਂ ਇੱਕ ਫਾਰਮੂਲਾ ਲਿਖਿਆ ਹੋਇਆ ਹੈ, ਤੁਸੀਂ ਦੇਖ ਸਕਦੇ ਹੋ ਕਿ A ਨੂੰ ਅਸੀਂ ਡਿਵੀਡੈਂਡ ਕਹਿੰਦੇ ਹਾਂ ਜਿਹਦਾ ਮਤਲਬ ਭਾਜ ਹੁੰਦਾ ਹੈ ਪੰਜਾਬੀ ਦੇ ਵਿੱਚ। B ਜਿਹੜਾ ਹੈ ਉਹ ਡਿਵੀਜ਼ਰ ਹੁੰਦਾ ਹੈ ਜਿਹਨੂੰ ਅਸੀਂ ਪੰਜਾਬੀ ਵਿੱਚ ਭਾਜਕ ਕਹਿੰਦੇ ਹਾਂ। Q ਕੋਸ਼ੈਂਟ ਹੁੰਦਾ ਹੈ ਤੇ ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਭਾਗਫਲ ਕਹਿੰਦੇ ਹਾਂ। ਤੇ ਐਂਡ ਦੇ ਵਿੱਚ ਜਿਹੜਾ ਸਾਡੇ ਕੋਲ ਬਚ ਕੇ ਆਉਂਦਾ ਹੈ R, ਜਿਹਨੂੰ ਅਸੀਂ ਬੋਲਦੇ ਹਾਂ, ਉਹਨੂੰ ਅਸੀਂ ਰਿਮਾਈਂਡਰ ਕਹਿੰਦੇ ਹਾਂ ਤੇ ਇਹਨੂੰ ਅਸੀਂ ਬਾਕੀ ਵੀ ਕਹਿੰਦੇ ਹਾਂ। ਠੀਕ ਹੈ, ਸੋ ਇੱਥੇ ਦੇਖਿਆ ਜਾਵੇ ਕਿ ਜਿਹੜਾ A ਹੈ ਉਹ ਡਿਵੀਡੈਂਡ ਹੈ। ਡਿਵੀਡੈਂਡ ਕੀ ਹੈ ਉਹ ਮੈਂ ਤੁਹਾਨੂੰ ਸਮਝਾਵਾਂਗਾ। ਤੇ B ਅੱਗੇ ਕੀ ਹੈ, ਡਿਵੀਜ਼ਰ ਹੈ। Q ਤੋਂ ਭਾਵ ਕੋਸ਼ੈਂਟ ਹੈ। ਠੀਕ ਹੈ, ਤੇ ਪਲੱਸ R ਦਾ ਮਤਲਬ ਇੱਥੇ ਰਿਮਾਈਂਡਰ ਤੋਂ ਹੈ। ਜੇ ਪੰਜਾਬੀ 'ਚ ਦੇਖਿਆ ਜਾਵੇ ਤਾਂ ਡਿਵੀਡੈਂਡ ਦਾ ਮਤਲਬ ਭਾਜ ਹੁੰਦਾ ਹੈ, ਡਿਵੀਜ਼ਰ ਨੂੰ ਅਸੀਂ ਭਾਜਕ, ਗੁਣਾ ਕੋਸ਼ੈਂਟ ਮੀਨਸ ਭਾਗਫਲ ਐਂਡ ਪਲੱਸ ਰਿਮਾਈਂਡਰ ਮੀਨਸ ਬਾਕੀ। ਹੁਣ ਅਸੀਂ ਸਮਝਾਂਗੇ ਕਿ ਇਹਨੂੰ ਅਸੀਂ ਯੂਜ਼ ਕਿਵੇਂ ਕਰਨਾ ਹੈ। ਜਦੋਂ ਅਸੀਂ ਆਪਣਾ ਸਮ ਸੋਲਵ ਕਰਨਾ ਹੈ ਯੂਕਲਿਡ ਡਿਵੀਜ਼ਨ ਐਲਗੋਰਿਥਮ ਨੂੰ ਯੂਜ਼ ਕਰਕੇ, ਤਾਂ ਇਹਨੂੰ ਅਸੀਂ ਅਪਲਾਈ ਕਿਵੇਂ ਕਰਨਾ ਹੈ। ਸਭ ਤੋਂ ਪਹਿਲਾਂ ਅਸੀਂ ਇਹ ਦੇਖਣਾ ਹੈ ਕਿ ਜਿਹੜਾ A ਹੈ ਉਹ ਗ੍ਰੇਟਰ ਦੈਨ B ਹੋਣਾ ਚਾਹੀਦਾ। A ਦੀ ਵੈਲਿਊ B। ਅਗਰ ਤੁਹਾਨੂੰ ਦੋ ਨੰਬਰ ਕਹੇ ਜਾਂਦੇ ਨੇ ਕਿ 5 ਤੇ 15 ਦੇ ਵਿੱਚੋਂ ਅਸੀਂ HCF ਫਾਈਂਡ ਕਰਨਾ ਹੈ, ਕਿਉਂਕਿ ਜਿਹੜਾ ਇਹ ਸਾਡਾ ਯੂਕਲਿਡ ਡਿਵੀਜ਼ਨ ਐਲਗੋਰਿਥਮ ਹੈ ਉਹ ਮੇਨ HCF ਨੂੰ ਫਾਈਂਡ ਕਰਨ ਵਾਸਤੇ ਹੀ ਬਣੇ ਆ। ਕਿ ਅਗਰ ਤੁਹਾਨੂੰ ਆਉਂਦਾ ਕਿ ਦੋ ਨੰਬਰਸ ਜਾਨੀ ਕਿ ਦੋ ਪੋਜ਼ਿਟਿਵ ਨੰਬਰ ਹੋਣੇ ਚਾਹੀਦੇ ਨੇ, ਜਿਹਦਾ ਮਤਲਬ ਤੁਹਾਡੇ ਕੋਲ ਦੋ ਧਨਾਤਮਕ ਸੰਖਿਆਵਾਂ ਹੋਣੀਆਂ ਚਾਹੀਦੀਆਂ ਨੇ, ਜਿਨ੍ਹਾਂ ਦਾ ਅਸੀਂ ਜੇ HCF ਫਾਈਂਡ ਕਰਨਾ ਹੈ ਤਾਂ ਅਸੀਂ ਜੋ ਯੂਕਲਿਡ ਡਿਵੀਜ਼ਨ ਐਲਗੋਰਿਥਮ ਨੇ ਆਪਣਾ ਇੱਕ ਫਾਰਮੂਲਾ ਬਣਾਇਆ ਹੈ, ਅਸੀਂ ਉਸ ਨੂੰ ਯੂਜ਼ ਕਰਕੇ ਬੜੀ ਈਜ਼ੀਲੀ ਵੇ ਦੇ ਨਾਲ ਦੋ ਪੋਜ਼ਿਟਿਵ ਨੰਬਰਸ ਦਾ ਜਿਹੜਾ ਹੈ HCF ਫਾਈਂਡ ਕਰ ਸਕਦੇ ਹਾਂ। ਸੋ ਹੁਣ ਇੱਥੇ ਕੁਐਸਚਨ ਇਹ ਹੈ ਕਿ ਕਈ ਵਾਰ ਸਟੂਡੈਂਟਸ ਨੂੰ ਇਹ ਪ੍ਰੋਬਲਮ ਆਉਂਦੀ ਹੈ ਕਿ ਉਹ A ਕਿਸ ਨੂੰ ਸਪੋਜ਼ ਕਰਨ ਤੇ B ਕਿਸ ਨੂੰ ਸਪੋਜ਼ ਕਰਨ। ਤੋ ਮੈਂ ਉਹੀ ਤੁਹਾਨੂੰ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਪਹਿਲਾਂ ਤੁਸੀਂ ਸਭ ਤੋਂ ਫਸਟ ਆਫ ਆਲ ਤੁਸੀਂ ਇਹ ਦੇਖਣਾ ਹੈ ਕਿ ਇਹ ਦੋਨੋਂ ਨੰਬਰਸ ਦੇ ਵਿੱਚੋਂ ਲਾਰਜਰ ਨੰਬਰ ਕੌਣ ਹੈ ਤੇ ਸਮਾਲਰ ਨੰਬਰ ਕੌਣ ਹੈ। ਜੇ ਹੁਣ ਦੇਖਿਆ ਜਾਵੇ ਕਿ 15 ਤੇ 15 ਸਾਡਾ ਲਾਰਜਰ ਹੈ, ਇਟ ਮੀਨਸ ਆਟੋਮੈਟਿਕਲੀ ਜਿਹੜਾ A ਹੈ ਉਹ ਤੁਹਾਡਾ ਕੀ ਹੋ ਜਾਊਗਾ 15 ਹੋ ਜਾਊਗਾ। ਤੇ ਸੈਕੰਡਲੀ ਫਿਰ ਆਟੋਮੈਟਿਕਲੀ ਜਿਹੜਾ B ਹੈ ਉਹ ਤੁਹਾਡਾ 5 ਹੋ ਜਾਏਗਾ। ਸੋ ਸਭ ਤੋਂ ਪਹਿਲਾਂ ਤੁਸੀਂ ਇਹੀ ਦੇਖਣਾ ਹੈ ਕਿ A ਗ੍ਰੇਟਰ ਦੈਨ B, ਇਟ ਮੀਨਸ ਵੀ A ਜਿਹੜਾ ਹੈ ਉਹ ਗ੍ਰੇਟਰ ਹੋਣਾ ਚਾਹੀਦਾ ਹੈ ਕਿਹਦੇ ਨਾਲੋਂ, B ਨਾਲੋਂ। ਤੇ ਉਸ ਤੋਂ ਬਾਅਦ ਫਿਰ ਅਸੀਂ ਇਸ ਚੀਜ਼ ਨੂੰ ਅਪਲਾਈ ਇੱਥੇ ਕਰਾਂਗੇ। ਇਟ ਮੀਨਸ ਇੱਥੇ ਜਿਹੜਾ ਸਾਡਾ ਹੈ A ਦੀ ਵੈਲਿਊ 15 ਅਸੀਂ ਇੱਥੇ ਪੁੱਟ ਕਰਾਂਗੇ। ਉਸ ਤੋਂ ਬਾਅਦ ਜਿਹੜਾ B ਨੂੰ ਅਸੀਂ 5 ਸਮਾਲਰ ਨੰਬਰ ਲਿਆ ਸੀ ਉਹ B ਇੱਥੇ ਆਏਗਾ। ਤੇ ਉਹਦੇ ਬਾਅਦ ਅਸੀਂ ਸਿੰਪਲੀ ਵੇ ਦੇ ਨਾਲ, ਜਿਵੇਂ ਅਸੀਂ ਜਿਹੜੀਆਂ ਛੋਟੀਆਂ ਕਲਾਸਿਸ ਦੇ ਵਿੱਚ ਦੇਖਦੇ ਹਾਂ ਕਿ ਕਿਸ ਤਰ੍ਹਾਂ ਡਿਵੀਜ਼ਨ ਜਾਂ ਜਿਹੜੀ ਭਾਗ ਹੈ ਉਹ ਕਿਵੇਂ ਕੀਤੀ ਜਾਂਦੀ ਹੈ, ਬਾਕੀ ਪ੍ਰੋਸੀਜਰ ਉਵੇਂ ਹੀ ਹੈ। ਉਸ ਤੋਂ ਬਾਅਦ ਅਸੀਂ ਦੇਖਾਂਗੇ ਕਿ ਕਿਸ ਤਰ੍ਹਾਂ ਅਸੀਂ HCF ਫਾਈਂਡ ਕਰਦੇ ਹਾਂ। ਸੋ ਇਹ ਸਾਰਾ ਕੁਝ ਜਾਣਨ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਜਿਹੜਾ ਯੂਕਲਿਡ ਡਿਵੀਜ਼ਨ ਐਲਗੋਰਿਥਮ ਹੈ ਉਹਦੀ ਡੈਫੀਨੇਸ਼ਨ ਕੀ ਹੈ,
ठीक है। तो वो जी फार्मूला है ਜਾਂ ਇਹ ਵੰਡ ਪ੍ਰਮੇਇਕਾ ਹੈ ਇਹ ਕਿਸ ਲਈ ਯੂਜ਼ ਕੀਤੀ ਜਾਂਦੀ ਹੈ ਤੇ ਉਹ ਸਟੇਟਮੈਂਟ ਤੋਂ ਬਾਅਦ ਅਸੀਂ ਇੱਕ ਕੁਐਸਚਨ ਜਾਂ ਸਮ ਹੈ ਉਹ ਵੀ ਸੋਲਵ ਕਰਕੇ ਦੇਖਾਂਗੇ ਤਾਂ ਕਿ ਤੁਹਾਨੂੰ ਜਿਹੜੀ ਪੂਰੀ ਗੱਲ ਹੈ ਉਹ ਕਲੀਅਰ ਹੋ ਜਾਵੇ। ਠੀਕ ਹੈ। ਸੋ ਅਸੀਂ ਯੂਕਲਿਡ ਡਿਵੀਜ਼ਨ ਐਲਗੋਰਿਦਮ ਜਿਹੜਾ ਅਸੀਂ ਸਮਝਿਆ ਕਿ ਉਹ ਹੁੰਦਾ ਕੀ ਹੈ, ਉਹਦੇ ਵਿੱਚ ਅਸੀਂ ਲੈਮਾ ਨੂੰ ਸਮਝਿਆ। ਉਸ ਤੋਂ ਬਾਅਦ ਅਸੀਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜਾ ਯੂਕਲਿਡ ਡਿਵੀਜ਼ਨ ਐਲਗੋਰਿਦਮ ਹੈ ਇਹ ਅਸਲ ਦੇ ਵਿੱਚ ਇਹਦੀ ਡੈਫੀਨੇਸ਼ਨ ਕੀ ਹੈ। ਇਟ ਇਜ਼ ਦਾ ਟੈਕਨੀਕ ਔਰ ਮੈਥਡ ਟੂ ਕੰਪਿਊਟ ਹਾਈਐਸਟ ਕਾਮਨ ਫੈਕਟਰ that is HCF of two given positive integers a and b such that a greater than b। ਸੋ ਇਹਦਾ ਮਤਲਬ ਇਹ ਹੋਇਆ ਕਿ ਜਿਹੜਾ ਯੂਕਲਿਡ ਡਿਵੀਜ਼ਨ ਐਲਗੋਰਿਦਮ ਅਸੀਂ ਕਰ ਰਹੇ ਹਾਂ ਇਹ ਇੱਕ ਟੈਕਨੀਕ ਹੈ ਜਾਂ ਜਿਹਨੂੰ ਅਸੀਂ ਮੈਥਡ ਤਰੀਕਾ ਵੀ ਕਹਿ ਸਕਦੇ ਹਾਂ, ਇੱਕ ਤਰੀਕਾ ਹੈ ਜਾਂ ਢੰਗ ਹੈ ਟੂ ਕੰਪਿਊਟ ਮੀਨਸ फाइंड करने दे लई कि हाईएस्ट कॉमन फैक्टर इट मीनस HCF किस चीज़ का ऑफ टू गिवन पॉजिटिव इंटीजर्स A and B। हुण इत्थे A ते B की है उस समझांगे। एग्जाम्पल फाइंड HCF ऑफ 135 and 225 इट मीनस 135 ਤੇ 225 ਜਿਹੜੇ ਦੋ ਪੋਜ਼ਿਟਿਵ ਇੰਟੀਜਰਸ ਨੇ। ਸਭ ਤੋਂ ਪਹਿਲੀ ਗੱਲ ਤਾਂ ਇਹ ਵੀ ਇਹ ਪੋਜ਼ਿਟਿਵ ਹੋਣੇ ਚਾਹੀਦੇ ਨੇ। ਪੋਜ਼ਿਟਿਵ ਮੀਨਸ ਇਹ ਪਲੱਸ ਦੇ ਹੋਣੇ ਚਾਹੀਦੇ ਨੇ, ਇਹ ਧਨਾਤਮਕ ਸੰਖਿਆਵਾਂ ਹੋਣੀਆਂ ਚਾਹੀਦੀਆਂ ਨੇ। ਹੁਣ ਅਸੀਂ ਸਭ ਤੋਂ ਪਹਿਲਾਂ ਇਹ ਦੇਖਾਂਗੇ ਕਿ ਇਹਦੇ ਵਿੱਚੋਂ ਕਿਹੜੀ ਚੀਜ਼ ਨੂੰ ਅਸੀਂ ਕਿਹੜੇ ਨੰਬਰ ਨੂੰ ਅਸੀਂ A ਸਪੋਜ਼ ਕਰਨਾ ਹੈ ਤੇ ਕਿਹੜੇ ਨੰਬਰ ਨੂੰ ਅਸੀਂ B ਸਪੋਜ਼ ਕਰਨਾ ਹੈ। ਫਿਰ ਸਟੇਟਮੈਂਟ ਦੇ ਵਿੱਚ ਅਸੀਂ ਫਿਰ ਇਸ ਚੀਜ਼ ਨੂੰ ਦੇਖਿਆ कि A ग्रेटर दैन B होना चाहिए। हुण असी ये देखांगे कि 225 ते 135 दे विचों 220 यानी कि जिहड़ा 225 है वो वड्डा है ते 135 छोटा है। सो ऑटोमैटिकली जिहड़ा A दी वैल्यू तुहाडे कोल कितनी हो जानी है 225 ਤੇ ਦੂਜੀ ਜਿਹੜੀ ਵੈਲਿਊ ਸਮਾਲਰ ਹੋਊਗੀ ਉਹ ਤੁਹਾਡੀ ਆਟੋਮੈਟਿਕਲੀ B ਦੀ ਵੈਲਿਊ ਹੋ ਜਾਊਗੀ। ਠੀਕ ਹੈ। ਸੋ ਇਹਦਾ ਮਤਲਬ ਕੀ ਹੈ ਵੀ A ਤੁਹਾਡਾ A ਹੋ ਗਿਆ ਜਿਹਨੂੰ ਅਸੀਂ ਡਿਵੀਡੈਂਡ ਬੋਲਦੇ ਹਾਂ। ਡਿਵੀਡੈਂਡ ਦੀ ਵੈਲਿਊ ਸਾਡੇ ਕੋਲ ਹੋ ਚੁੱਕੀ ਹੈ 225 ਤੇ B ਦੀ ਵੈਲਿਊ ਆਟੋਮੈਟਿਕਲੀ ਤੁਹਾਡੇ ਕੋਲ ਹੋ ਚੁੱਕੀ ਹੈ 135। ਇਹਨੂੰ ਸੋਲਵ ਕਰਕੇ ਅਸੀਂ ਕੋਸ਼ੈਂਟ ਜਾਨੀ ਭਾਗਫਲ ਫਾਈਂਡ ਕਰਾਂਗੇ। ਉਸ ਤੋਂ ਬਾਅਦ ਜੇ ਐਂਡ ਦੇ ਵਿੱਚ ਸਾਡੇ ਕੋਲ ਜੇ ਰਿਮਾਈਂਡਰ ਬਚਦਾ ਹੈ ਤਾਂ ਅਸੀਂ ਰਿਮਾਈਂਡਰ ਜਾਨੀ ਕਿ ਜਿਹਨੂੰ ਅਸੀਂ ਬਾਕੀ ਕਹਿੰਦੇ ਆ ਉਹ ਫਾਈਂਡ ਕਰਾਂਗੇ। ਉਸ ਤੋਂ ਬਾਅਦ ਅਸੀਂ ਫਿਰ ਜਿਹੜਾ ਇਹਦਾ ਫਾਰਮੂਲਾ ਹੈ A = BQ + R ਉਹਨੂੰ ਅਪਲਾਈ ਕਰਕੇ HCF ਫਾਈਂਡ ਕਰਾਂਗੇ। ਉਹ ਅਸੀਂ ਕਿਸ ਤਰ੍ਹਾਂ ਫਾਈਂਡ ਕਰਦੇ ਹਾਂ ਉਹ ਅਸੀਂ ਦੇਖਦੇ ਹਾਂ। ਲਓ ਹੁਣ ਤੁਸੀਂ ਦੇਖੋ ਧਿਆਨ ਦੇ ਨਾਲ ਕਿ ਅਸੀਂ A ਤੇ B ਦੀ ਵੈਲਿਊ ਨੂੰ ਫਾਈਂਡ ਕਰਨ ਤੋਂ ਬਾਅਦ ਅਸੀਂ A ਦੀ ਵੈਲਿਊ ਜਿਹੜੀ ਵੱਡੀ ਸੀ 225 ਉਹਨੂੰ ਅਸੀਂ ਅੰਦਰ ਲਿਖ ਲਿਆ। ਉਸ ਤੋਂ ਬਾਅਦ ਜਿਹੜੀ ਛੋਟੀ ਵੈਲਿਊ ਸੀ ਸਮਾਲਰ ਵੈਲਿਊ ਸੀ 135 ਉਹਨੂੰ ਅਸੀਂ ਬਾਹਰ ਜੋ ਥੋੜਾ ਡਿਵੀਜ਼ਰ ਹੈ ਅਸੀਂ ਉਹ ਲਿਖ ਲਿਆ ਹੈ। ਹੁਣ ਅਸੀਂ ਇਹਨੂੰ ਡਿਵਾਈਡ ਕਰਕੇ ਦੇਖਾਂਗੇ ਕਿ ਸਾਡੇ ਕੋਲ ਕੀ ਆਉਂਦਾ। ਹੁਣ ਜੇ ਅਸੀਂ 135 ਦਾ ਟੇਬਲ ਅਸੀਂ ਪੜ੍ਹਦੇ ਹਾਂ ਤਾਂ 135 ਨੂੰ ਅਸੀਂ 1 ਤੇ ਕਰਦੇ ਹਾਂ ਤਾਂ 135 ਤੇ 135 ਨੂੰ ਅਸੀਂ 2 ਦੇ ਕਰਦੇ ਹਾਂ ਤਾਂ 270 ਆਉਂਦਾ। ਹੁਣ ਧਿਆਨ ਨਾਲ ਦੇਖੋ ਕਿ ਜਿਹੜਾ ਜੇ 2 ਦੇ ਉੱਤੇ ਜਿਹੜਾ ਹੈ 270 ਆ ਰਿਹਾ ਹੈ
ਤਾਂ ਇਹ ਵੈਲਿਊ ਜਿਹੜੀ ਹੈ ਇਹ ਤੋਂ ਗ੍ਰੇਟਰ ਹੋ ਜਾਂਦੀ ਹੈ। ਸੋ ਇਟ ਮੀਨਸ 135 ਦਾ ਟੇਬਲ ਨੂੰ ਅਸੀਂ 1 ਤੱਕ ਹੀ ਪੜਾਂਗੇ। ਸੋ ਇੱਥੇ ਅਸੀਂ ਲਿਖਾਂਗੇ 1, ਉਸ ਤੋਂ ਬਾਅਦ ਇੱਥੇ ਆ ਜਾਏਗਾ 135 ਤੇ ਮਾਈਨਸ ਦਾ ਸਾਈਨ। ਜੇ ਬਿਲਕੁਲ ਤੁਸੀਂ ਉਸ ਤਰ੍ਹਾਂ ਦੇਖ ਸਕਦੇ ਹੋ ਕਿ ਏ ਦੇ ਨੀਚੇ ਮੈਂ ਮਾਈਨਸ ਦਾ ਸਾਈਨ ਜਿਹੜਾ ਹੈ ਉਹ ਲਗਾਇਆ ਹੈ। ਇਹਦਾ ਮਤਲਬ ਕੀ ਹੈ ਵੀ ਜੇ ਉਹ ਜਿਹੜੀ ਵੈਲਿਊ ਇੱਥੇ ਆਵੇਗੀ ਉਹ ਏ ਦੇ ਵਿੱਚੋਂ ਮਾਈਨਸ ਕੀਤੀ ਜਾਊਗੀ। ਸੋ 225 ਚੋਂ 135 ਜਿਹੜਾ ਮਾਈਨਸ ਕਰਾਂਗੇ 5 ਚੋਂ 5 0, 2 ਦੇ ਵਿੱਚੋਂ 3 ਸਬਟਰੈਕਟ ਨਹੀਂ ਹੁੰਦਾ, ਸੋ ਅਸੀਂ ਕੈਰੀ ਲਵਾਂਗੇ, ਇੱਥੇ ਬਣ ਜਾਏਗਾ 12 ਤੇ ਉਰੇ ਰਹਿ ਜਾਏਗਾ 1। 12 ਚੋਂ 3 ਸਬਟਰੈਕਟ ਕੀਤੇ ਤਾਂ ਸਾਡੇ ਕੋਲ ਕਿੰਨਾ ਆ ਜਾਏਗਾ 90, ਤੇ 1 ਚੋਂ 1 ਸਬਟਰੈਕਟ ਕਰੇ ਸਾਡੇ ਕੋਲ 0 ਆ ਜਾਏਗਾ। ਹੁਣ ਉਸ ਤੋਂ ਬਾਅਦ ਤੁਸੀਂ ਕਰਨਾ ਹੈ, ਬੜਾ ਈਜ਼ੀ ਤਰੀਕਾ ਹੈ ਕਿ ਅਸੀਂ ਆਹ ਵਾਲਾ ਸਟੈਪ ਨੂੰ ਇਸ ਤਰ੍ਹਾਂ ਅੱਗੇ ਵਧਾ ਲੈਣਾ। ਜੋ ਤੁਹਾਡਾ ਫਸਟ ਟਾਈਮ ਰਿਮਾਈਂਡਰ ਆਇਆ ਹੈ ਉਹਨੂੰ ਅਸੀਂ ਕੀ ਕਰਨਾ ਹੈ, ਹੁਣ ਡਿਵੀਜ਼ਰ ਸਪੋਜ਼ ਕਰ ਲੈਣਾ, ਤੇ ਜੋ ਸਾਡਾ ਪਹਿਲਾ ਡਿਵੀਜ਼ਰ ਸੀ ਉਹਨੂੰ ਅਸੀਂ ਹੁਣ ਡਿਵੀਡੈਂਡ ਦੇ ਵਿੱਚ ਰੱਖ ਲੈਣਾ। ਇਟ ਮੀਨਸ 135 ਹੁਣ ਇੱਥੇ। ਸੋ ਹੁਣ ਅਸੀਂ 90 ਦਾ ਟੇਬਲ ਜਿਹੜਾ ਹੈ ਉਹ ਪੜਾਂਗੇ। 90 ਨੂੰ 1 ਨਾਲ ਕੀਤਾ 90, ਤੇ 90 ਨੂੰ 2 ਨਾਲ ਕੀਤਾ 180। ਤਾਂ ਦੇਖੋ 2 ਦੇ ਟੇਬਲ ਦੇ ਉੱਤੇ ਜੇ ਫਿਰ 19 ਦੇਖਦੇ ਹਾਂ 180, ਤਾਂ ਉਹ ਵੈਲਿਊ ਫਿਰ ਇਹ ਤੋਂ ਲਾਰਜਰ ਹੋ ਜਾਂਦੀ ਹੈ। ਸੋ ਅਸੀਂ 19 ਨੂੰ 1 ਤੱਕ ਹੀ ਕਰਾਂਗੇ, ਤਾਂ 19 1 ਦਾ 90। ਫਿਰ ਅਸੀਂ ਅਗੇਨ ਮਾਈਨਸ ਕੀਤਾ। ਫਾਰਮੂਲਾ ਦੇਖੋ ਸੇਮ ਹੈ ਕਿ ਏ ਦੇ ਵਿੱਚੋਂ ਜੋ ਇੱਥੇ ਵੈਲਿਊ ਆਊਗੀ ਉਹ ਅਸੀਂ ਸਬਟਰੈਕਟ ਕਰਨੀ ਹੈ। ਸੋ 90 ਨੂੰ ਫਿਰ 5 ਨੂੰ 0 ਚੋਂ ਸਬਟਰੈਕਟ ਕੀਤਾ 5 ਆ ਗਿਆ, ਔਰ 3 ਦੇ ਵਿੱਚੋਂ 9 ਸਬਟਰੈਕਟ ਨਹੀਂ ਹੁੰਦਾ ਤਾਂ ਤੁਸੀਂ ਕਰੀ ਲਵਾਂਗੇ 0 ਆ ਜਾਏਗਾ, ਤਾਂ ਇੱਥੇ ਆ ਜਾਊਗਾ 13 ਚੋਂ 9 ਸਬਟਰੈਕਟ ਕੀਤੇ 45। ਤਾਂ ਫਿਰ ਕੀ ਕਰਨਾ ਉਸ ਤੋਂ ਬਾਅਦ, ਫਿਰ ਅਸੀਂ ਇਹਨੂੰ ਅੱਗੇ ਵਧਾਉਣਾ ਹੈ, ਤੇ ਉਸ ਤੋਂ ਬਾਅਦ ਤੁਸੀਂ ਜਿਹੜਾ ਹੈ 45 ਰਿਮਾਈਂਡਰ ਸੀ। ਹੁਣ ਪਿਛਲੀ ਵਾਰ, ਇਸ ਤੋਂ ਪਿਛਲੀ ਵਾਰ ਇਹਦਾ ਕੌਣ ਸੀਗਾ ਰਿਮਾਈਂਡਰ ਜੋ ਅਸੀਂ ਮੰਨਿਆ ਸੀਗਾ ਡਿਵੀਜ਼ਰ, ਹੁਣ ਉਹ ਡਿਵੀਜ਼ਰ ਵਿੱਚ ਆ ਜਾਏਗਾ। ਹਰ ਵਾਰ ਬਸ ਕੁਛ ਨਹੀਂ ਕਰਨਾ ਕਿ ਤੁਸੀਂ ਜੋ ਵੈਲਿਊ ਪਿਛਲੀ ਹੁੰਦੀ ਹੈ ਡਿਵੀਜ਼ਰ ਦੀ ਉਹ ਨੈਕਸਟ ਟਾਈਮ ਤੁਸੀਂ ਡਿਵੀਡੈਂਡ ਬਣਾ ਲੈਣੀ ਹੈ। ਸੋ ਪਿਛਲੀ ਵਾਰ ਅਸੀਂ 135 ਪਿੱਛੇ ਕੀਤਾ ਸੀ, ਹੁਣ ਅਸੀਂ 90 ਵਿੱਚ ਕਰਾਂਗੇ। ਹੁਣ ਅਸੀਂ ਟੇਬਲ ਪੜ੍ਹਨਾ ਹੈ 45 ਦਾ। ਤਾਂ 45 ਦਾ ਟੇਬਲ ਜੇ ਅਸੀਂ ਪੜ੍ਹਦੇ ਹਾਂ, 45 ਨੂੰ 1 ਨਾਲ ਕੀਤਾ 45, ਐਂਡ 45 ਨੂੰ 2 ਨਾਲ ਕੀਤਾ 90। ਤਾਂ ਦੇਖੋ 2 ਦੇ ਟੇਬਲ ਦੇ ਉੱਤੇ ਇਹ ਬਿਲਕੁਲ ਹੀ 90 ਦੇ ਬਰਾਬਰ ਹੋ ਜਾਂਦਾ। ਇਟ ਮੀਨਸ ਅਸੀਂ 2 'ਤੇ ਲੈ ਕੇ ਜਾਵਾਂਗੇ 2, ਤਾਂ ਇਹ ਸਾਡੇ ਕੋਲ 90 ਆ ਜਾਏਗਾ, ਤੇ ਸਬਟਰੈਕਟ ਕਰਕੇ 0। ਜਦੋਂ ਤੁਹਾਡੇ ਕੋਲ 0 ਆ ਗਿਆ ਤਾਂ ਇਟ ਮੀਨਸ ਕਿ ਤੁਸੀਂ ਉੱਥੇ ਜਿਹੜਾ ਹੈ ਕੁਐਸਚਨ ਜਿਹੜਾ ਹੈ ਸਾਡਾ ਸਮ ਉਹ ਅਸੀਂ ਰੁਕ ਜਾਣਾ। ਤਾਂ ਹੁਣ ਅਸੀਂ ਫਾਰਮੂਲਾ ਲਗਾਵਾਂਗੇ। ਸਾਨੂੰ ਪਤਾ ਹੈ ਕਿ A = BQ + R ਹੁੰਦਾ। ਹੁਣ ਫਸਟ ਦੇਖੋ, ਸਭ ਤੋਂ ਪਹਿਲਾਂ ਦੇਖੋ ਕਿ ਅਸੀਂ A ਕਿਸ ਚੀਜ਼ ਨੂੰ ਲਿਆ ਸੀ। ਅਸੀਂ A ਲਿਆ ਸੀ 225, ਤਾਂ ਇਟ ਮੀਨਸ A ਦੀ ਜਗ੍ਹਾ 'ਤੇ ਅਸੀਂ 225 = B। ਈਜ਼ੀ ਤਰੀਕਾ ਕੀ ਹੈ ਕਿ ਜੋ ਲੈਫਟ ਵਾਲੀ ਸੀ ਤੁਹਾਡਾ ਉਹ ਸਾਡਾ ਕੀ ਸੀ B ਸੀ, ਤਾਂ B ਦੀ ਵੈਲਿਊ ਸਾਡੇ ਕੋਲ ਫਸਟ ਟਾਈਮ ਕਿੰਨੀ ਆਈ ਸੀਗੀ 135, ਤਾਂ ਇਟ ਮੀਨਸ ਅਸੀਂ ਇੱਥੇ 135 ਮਲਟੀਪਲਾਈ Q ਦੀ ਵੈਲਿਊ, ਇਟ ਮੀਨਸ ਜਿਹੜੀ ਰਾਈਟ ਹੈਂਡ ਸਾਈਡ ਤੇ ਵੈਲਿਊ ਆ ਰਹੀ ਹੈ, ਰਾਈਟ ਹੈਂਡ ਸਾਈਡ ਸੱਜੇ ਪਾਸੇ ਸਾਡੇ ਕੋਲ ਵੈਲਿਊ ਆਈ 1, ਦੈਟ ਮੀਨਸ 135 A ਹੋ ਗਿਆ, ਮਲਟੀਪਲਾਈ ਨੂੰ 1 ਨਾਲ ਕੀਤਾ ਹੈ, ਤੇ ਪਲੱਸ R ਦੀ ਵੈਲਿਊ ਸਾਡੇ ਕੋਲ ਕਿੰਨੀ ਆਈ, ਸਭ ਤੋਂ ਪਹਿਲੀ ਵਾਰ ਸਾਡੇ ਕੋਲ R ਆਇਆ ਸੀ 90 ਸਬਟਰੈਕਟ ਕਰਕੇ, ਤਾਂ ਅਸੀਂ ਇੱਥੇ 90 ਲਿਖ ਲਾਂਗੇ। ਉਸ ਤੋਂ ਬਾਅਦ ਇਸ ਸਟੈਪ ਨੂੰ ਅਸੀਂ ਅੱਗੇ ਫੇਰ ਲਿਖਦੇ ਹਾਂ। ਹੁਣ ਸੈਕੰਡ ਟਾਈਮ ਸਾਡਾ ਜਿਹੜਾ ਵਿੱਚ ਵੈਲਿਊ ਸੀਗੀ ਇਹ ਸੀ A ਦੀ ਵੈਲਿਊ, ਤਾਂ A ਦੀ ਵੈਲਿਊ ਹੁਣ ਕਿੰਨੀ ਸੀਗੀ 135 = ਜੋ ਲੈਫਟ ਤੇ ਵੈਲਿਊ ਸੀ ਉਹ ਕਿੰਨੀ ਸੀ 90, ਉਹ ਅਸੀਂ 90 ਲਿਖ ਲਾਂਗੇ, ਮਲਟੀਪਲਾਈ ਤੇ ਰਾਈਟ ਹੈਂਡ ਸਾਈਡ ਤੇ ਵੈਲਿਊ ਕਿੰਨੀ ਸੀ Q ਦੀ, ਉਹ ਸੀ 1, तो प्लस R साडा कितना बचा सी 45। बस इसे स्टैप्स नूं असीं देख के विचारली वैल्यू A है, लैफ्ट B है, राइट Q है, प्लस R जो है जो नीचे बचता है वो साडा रिमाइंडर R है। हर स्टैप च असीं करना है विचारली वैल्यू A = लैफ्ट वैल्यू B मल्टीप्लाई राइट जी सज्जे पासे वैल्यू है वो 1 प्लस कितना रिमाइंडर बचा सीगा तुहाडा 45 लगे समझ। सो इस तरह असीं अगे अगे चली जाना। हुण नैक्सट टाइम साडा कितना सीगा 90, सो असीं इत्थे 90 लिखांगे = बाहर कितना सीगा साडे कोल 45 मल्टीप्लाई इहनूं कितना कीता सी असीं 2 नाल प्लस जो साडे कोल रिमाइंडर बचा सी वो सी 0। सो जदों तुहाडे कोल जिहड़ा रिमाइंडर है वो 0 बच गया
ਇਟ ਮੀਨਸ ਉੱਥੇ ਤੁਹਾਡਾ ਸਵਾਲ ਜੋ ਹੈ, ਜੋ ਤੁਹਾਡਾ ਕੁਐਸਚਨ ਹੈ ਉਹ ਕੰਪਲੀਟ ਹੋ ਗਿਆ। ਸੋ ਦੇਅਰਫੋਰ ਤੁਸੀਂ ਕਹਿ ਸਕਦੇ ਹੋ ਜਿਹੜਾ HCF ਹੈ, ਡਾਇਰੈਕਟ ਤੁਸੀਂ ਪਾ ਦੇਣਾ ਹੈ ਕਿਹੜਾ ਕਿਹਦਾ ਆਇਆ ਸੀ 135, 225 ਜਿਹੜਾ HCF ਹੈ, ਜਿਹੜਾ ਇਹ ਇੱਥੇ ਆਇਆ ਹੋਊਗਾ ਵੈਲਿਊ, ਜਿਹੜੀ ਆਹ ਵੈਲਿਊ ਹੋਊਗੀ ਜੋ ਜਿਹੜੇ ਸਟੈਪ 'ਚ 0 ਆਈ ਹੋਊਗੀ, ਜਿਹੜੀ ਉਸ ਸਟੈਪ ਦੇ ਵਿੱਚ ਸਟਾਰਟਿੰਗ ਦੇ ਵਿੱਚ B ਦੀ ਵੈਲਿਊ ਹੋਊਗੀ, ਆਹ ਵਾਲੀ ਵੈਲਿਊ, ਉਹ ਤੁਹਾਡਾ ਕੀ ਹੋਊਗਾ ਜੀ HCF ਹੋਊਗਾ। ਦੈਟ ਮੀਨਸ ਕੀ ਹੈ ਵੀ 45 ਜਿਹੜਾ ਹੈ ਤੁਹਾਡੇ ਕੋਲ HCF ਫਾਈਂਡ ਹੋ ਚੁੱਕੇ ਹੈ ਕਿਸ ਚੀਜ਼ ਦਾ 135 ਤੇ 225। ਇਹਦਾ ਮਤਲਬ ਇਹ ਹੋਇਆ ਕਿ ਜਿਹੜੀ 45 ਵੈਲਿਊ ਆਈ ਹੈ ਉਹ ਤੁਹਾਡੀ ਹਾਈਐਸਟ ਕਾਮਨ ਫੈਕਟਰ ਯਾਨੀ HCF ਦੀ ਵੈਲਿਊ ਆ ਗਈ, ਜਿਹੜੀ ਵੈਲਿਊ 135 ਯਾਨੀ 135 ਤੇ 225 ਦੋਨਾਂ ਨੂੰ ਹੀ ਕੀ ਕਰੇਗੀ ਡਿਵਾਈਡ ਕਰਦੀ ਹੋਊਗੀ। ਸੋ ਇਸ ਤਰ੍ਹਾਂ ਅਸੀਂ ਬੜੇ ਈਜ਼ੀ ਤਰੀਕੇ ਦੇ ਨਾਲ ਯੂਕਲਿਡ ਡਿਵੀਜ਼ਨ ਐਲਗੋਰਿਥਮ ਨੂੰ ਯੂਜ਼ ਕਰਕੇ ਅਸੀਂ HCF ਫਾਈਂਡ ਕਰ ਸਕਦੇ ਹਾਂ। ਠੀਕ ਹੈ, ਤੇ ਮੈਨੂੰ ਉਮੀਦ ਹੈ ਕਿ ਤੁਸੀਂ ਇਹਦੇ ਵਿੱਚ ਹੁਣ ਬਿਲਕੁਲ ਹੀ ਕਲੀਅਰ ਹੋ ਗਿਆ ਹੋਣਾ ਤੁਹਾਨੂੰ ਕਿ ਕਿਸ ਤਰ੍ਹਾਂ ਅਸੀਂ HCF ਫਾਈਂਡ ਕਰਨਾ ਹੈ। ਵੀਡੀਓ ਭਾਵੇਂ ਲੰਬੀ ਹੋ ਗਈ ਹੋਵੇ ਬਟ ਮੇਰੇ ਸਮਝਾਉਣ ਦਾ ਮਤਲਬ ਇਹੀ ਸੀ ਕਿ ਤੁਹਾਨੂੰ ਹਰ ਇੱਕ ਕਨਸੈਪਟ ਜਿਹੜਾ ਹੈ ਉਹ ਬਿਲਕੁਲ ਕਲੀਅਰ ਹੋ ਜਾਵੇ ਕਿ ਅਸੀਂ ਕਿਸ ਤਰ੍ਹਾਂ ਇਹਦੇ ਵਿੱਚ A ਨੂੰ ਆਇਡੈਂਟੀਫਾਈ ਕਰਨਾ ਹੈ, B ਨੂੰ ਕਿਸ ਤਰ੍ਹਾਂ ਆਇਡੈਂਟੀਫਾਈ ਕਰਨਾ ਹੈ, Q ਕੀ ਹੈ ਤੇ R ਕੀ ਹੈ। ਇਸੇ ਕਰਕੇ ਮੈਂ ਤੁਹਾਨੂੰ ਕੰਪਲੀਟ ਜਿਹੜੀ ਹੈ ਇਹ ਇਨਫੋਰਮੇਸ਼ਨ ਦਿੱਤੀ ਹੈ ਤਾਂ ਕਿ ਤੁਸੀਂ ਬਿਲਕੁਲ ਈਜ਼ੀ ਵੇ ਦੇ ਨਾਲ ਹਰ ਇੱਕ ਸਮ ਨੂੰ ਬੜੇ ਈਜ਼ੀ ਢੰਗ ਦੇ ਨਾਲ ਇਹਨੂੰ ਸੋਲਵ ਕਰ ਸਕੋ। ਤੇ ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਮੇਰਾ ਲੈਕਚਰ ਪਸੰਦ ਆਇਆ ਹੋਵੇਗਾ। ਅਗਰ ਤੁਹਾਨੂੰ ਲੱਗਦਾ ਹੈ ਕਿ ਮੈਂ ਇੱਕ ਵਧੀਆ ਇੱਕ ਸੌਖੇ ਤਰੀਕੇ ਦੇ ਨਾਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਤੁਹਾਨੂੰ ਲੱਗਦਾ ਹੈ ਕਿ ਜੋ ਮੈਂ ਤੁਹਾਨੂੰ ਸਮਝਾਇਆ ਹੈ ਤੁਸੀਂ ਉਹਨੂੰ ਚੰਗੀ ਤਰ੍ਹਾਂ ਸਮਝ ਲਿਆ ਹੈ, ਤੇ ਜੇਕਰ ਤੁਹਾਨੂੰ ਮੇਰਾ ਕੰਮ ਪਸੰਦ ਆਇਆ ਹੈ ਤਾਂ ਤੁਸੀਂ ਮੇਰੀ ਜਿਹੜੀ ਵੀਡੀਓ ਹੈ ਉਸ ਨੂੰ ਜ਼ਰੂਰ ਲਾਈਕ ਕਰੋਗੇ ਤੇ ਮੇਰਾ ਚੈਨਲ ਕ੍ਰੀਏਟਿਵ ਮੈਥਸ ਲਰਨਿੰਗ ਉਹਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਜੋ ਬੈਲ ਦਾ ਆਈਕਨ ਹੈ ਉਸ ਨੂੰ ਜ਼ਰੂਰ ਇਨੇਬਲ ਕਰ ਦਿਓ ਤਾਂ ਕਿ ਜੋ ਵੀ ਮੇਰੀ ਜਿਹੜੀ ਆਉਣ ਵਾਲੀ ਨੈਕਸਟ ਵੀਡੀਓਜ਼ ਹੋਣਗੀਆਂ ਉਹਦਾ ਜਿਹੜਾ ਨੋਟੀਫਿਕੇਸ਼ਨ ਹੈ ਉਹ ਤੁਹਾਨੂੰ ਨਾਲ ਦੀ ਨਾਲ ਮਿਲਦਾ ਰਹੇ। ਸੋ ਐਂਡ ਵਿੱਚ ਮੈਂ ਇਹੀ ਕਹਾਂਗਾ ਕਿ ਸਟੇ ਹੋਮ, ਸਟੇ ਸੇਫ, ਹਮੇਸ਼ਾ ਹੀ ਆਪਣੇ ਜਿਹੜਾ ਮਾਸਕ ਹੈ ਉਹਨੂੰ ਲਗਾ ਕੇ ਬਾਹਰ ਜਾਓ। ਠੀਕ ਹੈ, ਆਪਣੇ ਹੱਥਾਂ ਨੂੰ ਵਾਰ-ਵਾਰ ਧੋਂਦੇ ਰਹੋ ਤੇ ਬਿਲਕੁਲ ਹੀ ਜੇਕਰ ਬਹੁਤ ਜ਼ਿਆਦਾ ਜ਼ਰੂਰੀ ਹੋਵੇ ਤਾਂ ਹੀ ਤੁਸੀਂ ਬਾਹਰ ਜਾਓ, ਨਹੀਂ ਘਰ ਵਿੱਚ ਹੀ ਰਹੋ। ਸੋ ਇਸ ਤਰ੍ਹਾਂ ਅਸੀਂ ਸਾਰੇ ਮਿਲ ਕੇ ਹੀ ਕੋਵਿਡ ਜਿਹੜੀ 19 ਮਹਾਮਾਰੀ ਹੈ ਉਹਦੇ ਉੱਤੇ ਜਿੱਤ ਪ੍ਰਾਪਤ ਕਰ ਸਕਦੇ ਹਾਂ। ਸੋ ਫਿਰ ਮੈਂ ਤੁਹਾਡਾ ਇੱਕ ਵਾਰ ਤੁਹਾਨੂੰ ਰਿਕੁਐਸਟ ਕਰਦਾ ਕਿ ਅਗਰ ਤੁਹਾਨੂੰ ਮੇਰਾ ਕੰਮ ਪਸੰਦ ਆਉਂਦਾ ਹੈ ਤੁਸੀਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਹੈ। ਸੋ ਬੈਲ ਦਾ ਆਈਕਨ ਵੀ ਇਨੇਬਲ ਕਰ ਦਿਓ। ਸੋ ਥੈਂਕ ਯੂ ਵੈਰੀ ਮੱਚ।